ਮਿੰਟੂ ਜੀ, ਇੱਕ ਬੜੀ ਵੱਡੀ ਖਬਰ ਇਸ ਵੇਲੇ ਕਿ PCA ਦੇ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਤੁਸੀਂ ਬੀਤੇ ਦਿਨੀ ਦੱਸਿਆ ਸੀ ਵੀ ਕੰਟਰੋਵਰਸੀ ਬਣ ਗਈ ਸੀ ਤੇ ਹਰਭਜਨ ਸਿੰਘ ਸਾਬਕਾ ਕ੍ਰਿਕਟਰ ਤੇ ਹੁਣ MP, ਉਹਨਾਂ ਨੇ ਇਸ ਗੱਲ ਬਾਰੇ ਕਾਫੀ ਸਖਤ ਬਿਆਨ ਦਿੱਤਾ ਸੀ। ਸੋ ਹੁਣ PCA ਦੇ ਪ੍ਰਧਾਨ ਨੇ ਆਪਣਾ ਅਹੁਦਾ ਤਿਆਗ ਦਿੱਤਾ ਜੀ। ਇੰਨੇ ਕੁ ਦਿਨ ਹੀ ਰਹਿੰਦਾ ਹੈ, ਵੈਸੇ ਇੱਥੇ ਕੁਝ ਜ਼ਿਆਦਾ ਹੀ ਸਮਾਂ ਹੋ ਗਿਆ। ਨਹੀਂ ਤੇ ਜੇ ਤੁਸੀਂ ਦੇਖੋਗੇ ਤਾਂ ਜਦੋਂ ਨਵਜੋਤ ਸਿੰਘ ਸਿੱਧੂ ਨੇ ਖਜ਼ਾਨਚੀ ਬਣਾਇਆ ਸੀ ਗੁਲਜ਼ਾਰਿੰਦਰ ਚਾਹਲ ਨੂੰ, ਤਾਂ 6-7 ਦਿਨ ਹੀ ਰਿਹਾ ਸੀਗਾ ਟੋਟਲ। ਉਸ ਤੋਂ ਬਾਅਦ ਵੀ ਰਿਜ਼ਾਈਨ ਹੋ ਗਿਆ, ਉਸ ਤੋਂ ਬਾਅਦ ਵੀ ਅਸਤੀਫਾ ਹੋ ਗਿਆ ਸੀ ਕਿਉਂਕਿ ਸਿੱਧੂ ਸਾਹਿਬ ਅਸਤੀਫਾ ਦੇ ਗਏ ਸਨ ਤਾਂ ਇਹ ਸਿੱਧੂ ਸਾਹਿਬ ਦੇ ਨਾਲ ਚੱਲਦੇ ਸੀ। ਉਸ ਤੋਂ ਬਾਅਦ ਫਿਰ ਹਰਭਜਨ ਸਿੰਘ ਜੀ ਦੇ ਨਾਲ ਚੱਲਣ ਲੱਗ ਪਏ। ਬੇਸਿਕਲੀ ਇਹ ਦੋਨੇ ਮਿੱਤਰ ਸੀ, ਦੋਨੇ ਆੜੀ ਸੀਗੇ। ਪਰ ਹੋਇਆ ਕੀ ਆ ਕਿ ਜਿਵੇਂ ਹੀ ਸਾਰਾ ਕੁਝ ਮਤਲਬ ਕਿ ਇੱਥੇ PCA ਦੇ ਵਿੱਚ ਇਹਨਾਂ ਨੇ ਸੰਭਾਲ ਲਿਆ, ਉਸ ਤੋਂ ਬਾਅਦ ਅਚਾਨਕ ਇਹ ਗੱਲਾਂ ਜਿਹੜੀਆਂ ਬਾਹਰ ਆਉਣੀਆਂ ਸਟਾਰਟ ਹੋ ਗਈਆਂ ਕਿ ਕੁਝ ਗੜਬੜ ਹੈ, ਮਾਮਲਾ ਗੜਬੜ ਹੈ। ਵੈਸੇ ਕਮਾਲ ਦੀ ਗੱਲ ਹੈ ਜਾਂ ਇਤਫਾਕ ਕਹਿ ਲਓ ਕਿ ਬੀਤੇ ਦਿਨ ਹੀ ਮਜੀਠੀਆ ਨੇ ਇੱਕ PC ਕੀਤੀ ਸੀ ਇਸੇ ਬਾਬਤ ਕਿ CBI ਤੋਂ ਇਨਕੁਆਇਰੀ ਕਰਾਓ, ਔਰ ਇਹਦੇ ਚ ਜ਼ਿਕਰ ਆ ਰਿਹਾ ਸੀਗਾ ਕਿ ਜਿਹੜਾ ਇੰਡੀਆ ਵਰਸਸ ਆਸਟ੍ਰੇਲੀਆ T20 ਮੈਚ ਹੋਇਆ ਸੀਗਾ ਬੀਤੇ ਦਿਨੀ, ਕਿ ਇਹਦੇ ਵਿੱਚ ਇੱਥੇ ਗੜਬੜੀ ਹੋਈ ਹੈ। ਇੱਕ ਆਡੀਓ ਦਾ ਵੀ ਰੌਲਾ ਪੈ ਰਿਹਾ ਵਾ, ਕਥਿਤ ਤੌਰ ਤੇ ਕੋਈ ਆਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਕੋਈ ਲੈਣ ਦੇਣ ਚੱਲ ਰਿਹਾ ਹੈ। ਤਾਂ ਕੁਝ ਲੋਕ ਇਸ਼ਾਰਾ ਕਰ ਰਹੇ ਨੇ ਕਿ ਫਿਕਸਿੰਗ, ਸੱਟੇਬਾਜ਼ੀ, ਉਹ ਜੋ ਵੀ ਚੱਲਦਾ ਹੈ ਕਿ ਸ਼ਾਇਦ ਇਹਦਾ ਮਸਲਾ ਹੈ। ਤਾਂ ਕਈ ਚੀਜ਼ਾਂ ਨੇ, ਇੱਕ ਮੈਨੂੰ ਇਹ ਵੀ ਸੁਣਨ ਨੂੰ ਮਿਲਿਆ, ਉੱਥੋਂ ਦਾ ਇੱਕ ਰਿਪੋਰਟਰ ਦੱਸ ਰਿਹਾ ਸੀਗਾ ਕਿ ਇੱਕ ਕਿਊਰੇਟਰ ਨੂੰ ਹਟਾ ਦਿੱਤਾ ਗਿਆ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਇਹਨਾਂ ਦੇ ਇੱਕ ਆਪਣੇ ਘਰ ਕੋਈ ਆਇਆ ਸੀਗਾ, ਘਰੋਂ ਕੋਈ ਸੈਰ ਕਰਨ ਗਰਾਊਂਡ ਦੇ ਵਿੱਚ, ਮੈਦਾਨ ਦੇ ਵਿੱਚ PCA ਦੇ, ਤਾਂ ਉਹਨੇ ਪੁੱਛ ਲਿਆ ਕਿ ਤੁਸੀਂ ਇੱਥੇ ਕਿਵੇਂ, ਕਿਉਂਕਿ ਉੱਥੇ ਹਰੇਕ ਬੰਦਾ ਨਹੀਂ ਜਾ ਸਕਦਾ। ਤਾਂ ਦੱਸਦੇ ਆ ਕਿਊਰੇਟਰ ਸਾਹਿਬ ਦੀ ਵੀ ਛੁੱਟੀ ਹੋ ਗਈ। ਤਾਂ ਖੈਰ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਸਨ, ਮੁਸਲਸਲ ਲਗਾਤਾਰ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਸੀ। ਪਰ ਸਭ ਤੋਂ ਵੱਡਾ ਪੁਆੜਾ ਤੇ ਉਦੋਂ ਹੀ ਪੈ ਗਿਆ ਕਿ ਜਿਹੜਾ ਉਂਗਲ ਫੜ ਕੇ ਨਾਲ ਲੈ ਕੇ ਆਇਆ ਸੀਗਾ ਉਹੀ ਹੱਥ ਛੁਡਾ ਕੇ ਦੂਜੇ ਪਾਸੇ ਖਲੋ ਗਿਆ ਕਿ ਮਿੱਤਰਾ ਹੁਣ ਤੇਰੀ ਸਾਡੀ ਨਹੀਂ ਬਣੀ। ਤਾਂ ਜਦੋਂ ਹਰਭਜਨ ਸਿੰਘ ਨੇ ਮੁੱਦਾ ਚੁੱਕ ਲਿਆ, ਇੱਕ ਐਸਾ ਮੁੱਦਾ ਸੀਗਾ, ਹੁਣ ਤੁਸੀਂ ਦੇਖੋ ਨਾ, ਤੁਹਾਡਾ ਮੈਂਬਰ ਪਾਰਲੀਮੈਂਟ ਇੱਕ ਇਹੋ ਜਿਹੀ ਸੰਸਥਾ ਦੇ ਪ੍ਰਧਾਨ ਤੇ ਸਵਾਲ ਚੁੱਕੇ ਜਿਹੜੀ ਕਿ ਮਾਲਦਾਰ ਆ, ਮਲਾਈਦਾਰ ਆ, ਤਾਂ ਜਿਹੜਾ ਖੁਦ ਉਹਦਾ ਹਿੱਸਾ ਹੈ, ਕ੍ਰਿਕਟਰ ਆ, ਤਾਂ ਫਿਰ ਜਾਂ ਤਾਂ ਤੁਸੀਂ ਆਪਣੇ ਮੈਂਬਰ ਪਾਰਲੀਮੈਂਟ ਨੂੰ ਕਹਿ ਦਿਓ ਕਿ ਗੱਪੀ ਹੋ ਗਿਆ, ਝੂਠ ਬੋਲਦਾ, ਤਾਂ ਜਾਂ ਫਿਰ ਤੁਹਾਨੂੰ ਉਹਦੀ ਗੱਲ ਮੰਨਣੀ ਪਏਗੀ ਕਿਉਂਕਿ ਹਰਭਜਨ ਸਿੰਘ ਦਾ ਰੁਤਬਾ ਬਹੁਤ ਹੈ, ਬਹੁਤ ਵੱਡਾ, ਅੱਜ ਵੀ ਬਹੁਤ ਵੱਡਾ ਹੈ ਕ੍ਰਿਕਟ ਜਗਤ ਦੇ ਵਿੱਚ। ਸੋ ਇਸ ਕਰਕੇ ਹਰਭਜਨ ਸਿੰਘ ਨੇ ਜਿਹੜੀ ਉਹ ਚਿੱਠੀ ਲਿਖੀ, ਉਹ ਲੈਟਰ ਬੰਬ ਵੀ ਕਿਹਾ ਜਾ ਸਕਦਾ ਉਸਨੂੰ, ਉਹ ਲੈਟਰ ਬੰਬ ਜਿਹੜਾ ਹੈ ਉਹ ਬਹੁਤ ਕੁਝ ਕਰ ਗਿਆ। ਤਾਂ ਗੁਲਜ਼ਾਰਿੰਦਰ ਚਾਹਲ ਹੋਰਾਂ ਨੇ ਅਸਤੀਫਾ ਦੇ ਦਿੱਤਾ ਹੈ, ਵੈਸੇ ਤੇ ਇਹ ਕਹਿ ਕੇ ਕਿ ਬਈ ਮੇਰੇ ਕੁਝ ਨਿੱਜੀ ਘਰੇਲੂ ਕਾਰਨ ਨੇ, ਜਿਵੇਂ ਆਮ ਤੌਰ ਤੇ ਤੁਹਾਨੂੰ ਪਤਾ ਡਿਪਲੋਮੈਟਿਕ ਭਾਸ਼ਾ ਹੁੰਦੀ ਹੈ ਅਸਤੀਫੇ ਦੀ। ਹਾਲਾਂਕਿ ਇਹਨਾਂ ਨੇ ਆਪਣਾ ਜਿਹੜਾ ਟਵਿੱਟਰ ਹੈਂਡਲ ਹੈ ਉਹ ਇਸਤੇਮਾਲ ਕੀਤਾ ਅਸਤੀਫੇ ਵਾਸਤੇ, ਔਰ ਉਸ ਤੋਂ ਬਾਅਦ ਇੰਡੀਅਨ ਐਕਸਪ੍ਰੈਸ ਨੇ ਗੱਲ ਕੀਤੀ ਹੈ ਤਾਂ ਇਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਮੈਂ ਬਈ ਹੁਣ ਚੱਲਦਾ ਤਾਂ ਕੋਈ ਗੱਲ ਨਹੀਂ ਹੈ, ਤਾਂ ਮੇਰੇ ਆਪਣੇ ਘਰੇਲੂ ਕਾਰਨ ਨੇ, ਘਰੇਲੂ ਰਜੇਵੇਂ ਆ ਜਿਨ੍ਹਾਂ ਦੇ ਚੱਲਦਿਆਂ ਮੈਂ ਹੁਣ ਚੱਲਿਆ। ਜਿਵੇਂ ਕਹਿੰਦੇ ਨਾ ਕਿ ਅੱਛਾ ਚੱਲਤਾ ਹੂੰ ਦੁਆਓਂ ਮੇਂ ਯਾਦ ਰੱਖਣਾ, ਤੇ ਇਹਨਾਂ ਨੇ ਕਹਿ ਦਿੱਤਾ ਕਿ ਮੈਂ ਚੱਲਿਆ, ਤੇ ਇਹਦਾ ਮਤਲਬ ਹੈ ਕਿ ਅਸਤੀਫੇ ਦੀ ਪੁਸ਼ਟੀ ਹੋ ਗਈ, ਜਿਹੜਾ ਕਿ ਦੇਰ ਸ਼ਾਮੀ ਆਇਆ। ਜੀ ਮਿੰਟੂ ਜੀ, ਇਹ ਦੱਸਿਓ ਵੀ ਪੰਜਾਬ 'ਚ ਹੁਣ ਪਹਿਲੀ ਵਾਰੀ ਏਦਾਂ ਹੋਇਆ ਕਿ ਕੋਈ ਵੱਡਾ ਰੰਗਦਾਰੀ ਦਾ ਗਿਰੋਹ, ਰੰਗਦਾਰੀ ਭਾਵ ਇਹੀ ਹੈ ਨਾ ਜਿਹੜੇ ਹਫ਼ਤਾ ਵਗੈਰਾ ਵਸੂਲ ਕਰਦੇ ਨੇ? ਹਾਂਜੀ, ਰੰਗਦਾਰੀ ਇਹੀ ਕਹੀ ਜਾ ਸਕਦੀ ਹੈ। ਕਹਿੰਦੇ ਕਈ ਸਿਆਸੀ ਵਸੂਲੀ ਹੁੰਦੀ ਹੈ। ਜੀ ਹਾਂ, ਸਿਆਸੀ ਨੇਤਾ ਵੀ ਸ਼ਾਮਲ ਨੇ ਹੁੰਦੇ। ਸੋ ਗਿਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਈ ਸਿਆਸੀ ਨੇਤਾ ਵੀ ਉਹਦੇ ਵਿੱਚ ਸ਼ਾਮਲ ਨੇ। ਦੱਸਿਓ ਜੀ ਵੇਰਵਾ ਕੀ ਆ? ਹਾਂਜੀ ਬਿਲਕੁਲ, ਕੁਝ ਮੀਡੀਆ ਅਦਾਰੇ ਨਾ ਫਿਰੌਤੀ ਸ਼ਬਦ ਇਸਤੇਮਾਲ ਕਰਦੇ ਨੇ। ਤਾਂ ਫਿਰੌਤੀ, ਜਿਵੇਂ ਅਪਹਰਨ ਫਿਲਮ ਇੱਕ ਤੁਸੀਂ ਦੇਖੀ ਹੋਏਗੀ, ਅਪਹਰਨ ਫਿਲਮ ਸੀਗੀ ਉਹ ਸਾਰੀ ਬਿਹਾਰ ਦੇ ਇਸੇ ਉਦਯੋਗ ਦੇ ਵਿੱਚ ਹੀ ਇਹ ਉਦਯੋਗ ਬਣ ਗਿਆ ਸੀ ਨਾ ਉੱਥੇ, ਕਿ ਬੰਦਾ ਚੱਕੋ ਫਿਰੌਤੀ ਲਓ, ਕਿ ਕਿਸੇ ਨੂੰ ਕਿਡਨੈਪ ਕਰਕੇ ਚੁੱਕ ਕੇ ਜਿਹੜੀ ਰਕਮ ਵਸੂਲੀ ਜਾਂਦੀ ਉਹਨੂੰ ਫਿਰੌਤੀ ਕਹਿ ਦਿੰਦੇ ਆ। ਤਾਂ ਰੰਗਦਾਰੀ ਜਾਂ ਇਹ ਵਸੂਲੀ ਜਾਂ ਡੰਡਾ ਗੁੰਡਾ ਟੈਕਸ ਪੰਜਾਬ 'ਚ ਚੱਲਦਾ ਹੈ ਕਿ ਮਿੱਤਰਾ ਜੇ ਇੱਥੇ ਤੂੰ ਫਾਸਟ ਫੂਡ ਵਾਲਾ ਖੋਖਾ ਵੀ ਲਾਉਣਾ ਹੈ ਨਾ ਤਾਂ ਸ਼ਾਮ ਨੂੰ 50 ਰੁਪਏ ਸਾਈਡ ਤੇ ਕੱਢਦੀ, ਦੂਜਾ ਆ ਜਾਂਦਾ ਉਹ ਸਰਕਾਰੀ ਹੁੰਦਾ ਕਿ 50 ਮੇਰੇ ਕੱਢਦੀ, ਤੇ 25 ਫਿਰ PA ਆ ਜਾਂਦਾ ਕਿ ਨੇਤਾ ਜੀ ਨੇ ਘੱਲਿਆ। ਖੋਖਿਆਂ ਤੋਂ ਵੀ ਇਸ ਤਰ੍ਹਾਂ ਵਸੂਲੀ ਹੁੰਦੀ ਆ। ਤਾਂ ਹੁਣ ਇਹ ਵਸੂਲੀ ਜਿਹੜੀ ਆ ਵੱਡੇ ਪੱਧਰ ਤੇ ਚੱਲ ਗਈ। ਹੁਣ ਤਲਵੰਡੀ ਸਾਬੋ ਸ਼ਹਿਰ ਬੰਦ ਹੋਇਆ। ਇਹ ਸ਼ਾਇਦ ਇਤਿਹਾਸ 'ਚ ਸਾਡੀ ਸੰਭਾਲਾ 'ਚ ਤੇ ਪਹਿਲੀ ਵਾਰੀ ਹੋਇਆ ਵਿਜੇ ਜੀ ਕਿ ਕੋਈ ਕਾਰੋਬਾਰ ਠੱਪ ਹੋ ਗਿਆ ਹੋਵੇ ਸਮੁੱਚੇ ਸ਼ਹਿਰ ਦਾ, ਸਿਰਫ ਇਸ ਵਜ੍ਹਾ ਕਰਕੇ ਕਿ ਰੰਗਦਾਰੀ ਯਾਨੀ ਵਸੂਲੀ ਕੀਤੀ ਜਾ ਰਹੀ ਹੈ। ਤਾਂ ਉਸ ਤੋਂ ਬਾਅਦ ਕੀ ਹੋਇਆ
ਕਿ ਮੰਨੇ ਦਾ ਨਾਂ ਆਇਆ। ਮੰਨਾ ਉਹੀ ਹੈ ਜਿਹਨੇ ਕੁਲਵੀਰ ਨਰੂਆਣਾ ਮਾਰਿਆ ਸੀ। ਕੁਲਵੀਰ ਨਰੂਆਣੇ ਨੂੰ ਮਾਰਨ ਵਾਲਾ ਇਹ ਅੰਦਰ ਸੀ, ਤੇ ਇਹਦੀ ਜਿਹੜੀ ਸੀ ਟੋਇਟਾ ਕਰੋਲਾ ਜਿਹਨੂੰ ਕਹਿੰਦੇ ਆ, ਉਹ ਕਾਰ ਇਸਤੇਮਾਲ ਹੋਈ ਸੀ ਸਿੱਧੂ ਮੂਸੇਵਾਲਾ ਹੱਤਿਆਕਾਂਡ 'ਚ। ਇਹਨੂੰ ਜਦੋਂ ਰਿਮਾਂਡ ਤੇ ਲੈ ਕੇ ਆਏ, ਫਿਰ ਇਹਨੂੰ ਰਿਮਾਂਡ ਤੋਂ ਬਾਅਦ ਛੱਡ ਕੇ ਆਏ, ਫਿਰ ਇਹਦੇ ਕੋਲ ਮੋਬਾਈਲ ਬਰਾਮਦ ਹੋ ਗਏ, ਫਿਰ ਕਾਰੋਬਾਰੀਆਂ ਨੂੰ ਫੋਨ ਆਉਣੇ ਸਟਾਰਟ ਹੋਏ। ਤਾਂ ਇਨ ਦੀ ਐਂਡ ਉੱਥੇ ਕਲੇਸ਼ ਇੰਨਾ ਵੱਧ ਗਿਆ ਕਿ ਹੁਣ ਜਦੋਂ ਫਿਰ ਦੁਬਾਰਾ ਇਹਨੂੰ ਲੈ ਕੇ ਆਏ ਮੰਨੇ ਨੂੰ, ਤਾਂ ਉਸ ਤੋਂ ਬਾਅਦ ਧੜਾ ਧੜ ਇਹਨਾਂ ਨੇ ਗ੍ਰਿਫਤਾਰੀਆਂ ਕੁਝ ਘੰਟਿਆਂ 'ਚ ਹੀ ਪਾ ਦਿੱਤੀਆਂ। ਪਰ ਇਹਦੇ ਦਰਮਿਆਨ ਇੱਕ ਵੱਡਾ ਖੁਲਾਸਾ ਹੋਇਆ। FIR ਦੀ ਕਾਪੀ ਸਾਡੇ ਹੱਥ ਲੱਗੀ, ਜਿਹਨੂੰ ਪੜ੍ਹ ਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੰਦਾ ਸੁੰਨ ਹੋ ਜਾਂਦਾ ਹੈ। ਜਿਹੜੀ ਉਹ FIR ਹੈ 179 ਨੰਬਰ, ਉਹਦੇ ਵਿੱਚ ਵਿਜੇ ਜੀ ਜਿਹੜਾ ਉੱਥੋਂ ਦਾ ਕੌਂਸਲ ਪ੍ਰਧਾਨ ਆ, ਉਹ ਵੀ ਇਹਦੇ 'ਚ ਸ਼ਾਮਲ ਆ, ਇੱਕ ਕੌਂਸਲਰ ਵੀ ਸ਼ਾਮਲ ਆ। ਦੋਨੇ ਹੀ ਰਵਾਇਤੀ ਪਾਰਟੀਆਂ ਦੇ ਵੱਖ-ਵੱਖ ਚਿਹਰੇ ਆ ਹਿਸਾਬ ਲਾ ਲਓ ਕਿ ਇਹਨਾਂ ਦੇ ਉੱਥੇ ਦਫ਼ਤਰਾਂ 'ਚ ਬਹਿ ਕੇ ਸੈਟਿੰਗਾਂ ਹੋਈਆਂ। ਮਤਲਬ ਕਿ ਜਿੱਦਾਂ ਵਿਚੋਲੇ ਨਹੀਂ ਪੈ ਜਾਂਦੇ, ਤਾਂ ਉਹ ਦੁਕਾਨਦਾਰ ਸੀਗਾ, ਪਹਿਲਾਂ ਮੰਗੇ ਗਏ ਪੈਸੇ, ਉਹਨਾਂ ਆਖਿਆ 5 ਲੱਖ, ਉਹਨਾਂ ਆਖਿਆ ਜੀ ਨਹੀਂ ਸਾਡੇ ਕੋਲ ਇਹਦੇ ਨਹੀਂ, 4 'ਚ ਗੱਲ ਨਿਬੜ ਗਈ। 12 ਦਿਨਾਂ ਬਾਅਦ ਫੇਰ ਆ ਗਿਆ ਫੋਨ ਕਿ 6 ਲੱਖ ਹੋਰ ਦਿਓ, ਤੇ ਇਹਨਾਂ ਦੇ ਥਰੂ ਤਾਂ ਹੁਣ 7 ਜਣੇ ਫੜ ਲਏ ਆ। ਉਹ ਜਿਹੜੇ ਹੈਗੇ ਆ ਸਿਆਸਤਦਾਨ ਜਿਹੜੇ ਆ, ਉਹ ਤਾਂ ਹਾਲੇ ਭਗੌੜੇ ਨੇ, ਪਰ 7 ਜਣੇ ਫੜੇ ਗਏ। ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿੱਡਾ ਵੱਡਾ ਨੈਟਵਰਕ ਚੱਲਣ ਡਿਆ ਜੀ, ਕਿ ਜੇਲ੍ਹ ਦੇ ਵਿੱਚੋਂ ਇੱਕ ਬੰਦਾ ਗਾਹ ਕਿੰਨੇ ਬੰਦੇ ਰੱਖੀ ਬੈਠਾ, ਕਿੰਨਾ ਪੈਸਾ ਜਿਹੜਾ ਉਹਨੇ ਵਸੂਲ ਕਰ ਲਿਆ ਹੋਏਗਾ, ਕਿੰਨਾ ਪੈਸਾ ਰਾਹ 'ਚ ਇਹ ਵਿਚੋਲੀਏ ਖਾ ਗਏ ਹੋਣੇ ਆ। ਤਾਂ ਇਹਦਾ ਮਤਲਬ ਕਿ ਅਸੀਂ ਹੌਲੀ ਹੌਲੀ, ਮੈਂ ਅਪਹਰਨ ਫਿਲਮ ਤੋਂ ਸ਼ੁਰੂਆਤ ਇਸ ਕਰਕੇ ਕੀਤੀ ਸੀ ਕਿ ਇਹ ਇੰਡਸਟਰੀ ਬਣਦਾ ਜਾ ਰਿਹਾ ਹੈ, ਇਹ ਕ੍ਰਾਈਮ, ਇਹ ਉਦਯੋਗ 'ਚ ਤਬਦੀਲ ਹੋ ਰਿਹਾ ਹੈ। ਜੇ ਵਿਜੇ ਜੀ ਨਾ ਰੋਕਿਆ ਤਾਂ ਬਈ ਇੱਥੇ ਜਿਹੜੀ ਉਹ ਧਾਰਨਾ ਹੈ ਨਾ ਜੀ ਕਿ ਜੇ ਫੇਲ ਹੋ ਗਏ ਤਾਂ ਮਖੌਲ ਮਾਰ ਦੇਣਗੇ, ਜੇ ਅਸੀਂ ਕਾਮਯਾਬ ਹੋ ਗਏ ਤਾਂ ਪਿਸਤੌਲ ਮਾਰ ਦੇਣਗੇ। ਤਾਂ ਸਾਡੇ ਬੱਚੇ ਬਈ ਉਸ ਧਾਰਨਾ ਨੂੰ ਆਪਣੇ ਮਨ 'ਚ ਇੰਨੀ ਜ਼ਿਆਦਾ ਗੱਡ ਲੈਣਗੇ ਕਿ ਤੁਸੀਂ ਚਾਹ ਕੇ ਵੀ ਉਹਨਾਂ ਨੂੰ ਇੱਥੇ ਰੱਖ ਨਹੀਂ ਸਕਦੇ, ਤੁਸੀਂ ਚਾਹ ਕੇ ਵੀ ਉਹਨਾਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ। ਸੋ ਇਸ ਕਰਕੇ ਇਸ ਮਾਹੌਲ ਨੂੰ ਬਦਲਣਾ ਬਹੁਤ ਲਾਜ਼ਮੀ ਹੈ। ਔਰ ਜੇ ਤੁਹਾਡਾ ਕਾਰੋਬਾਰੀ, ਤੁਹਾਡਾ ਦੁਕਾਨਦਾਰ ਹੀ ਦਹਿਸ਼ਤ ਜ਼ਦਾ ਹੈ, ਉਹ ਖੌਫ ਤੋਂ ਪੀੜਤ ਹੈ, ਤਾਂ ਕੀ ਕਾਰੋਬਾਰ ਕਰੂਗਾ, ਤਾਂ ਕੀ ਸਾਡੀ ਇਕਨੋਮੀ ਚੱਲੇਗੀ। ਸੋ ਇਸ ਕਰਕੇ ਬਦਹਾਲੀ ਹੋਰ ਨਾ ਹੋਵੇ, ਇਹਨਾਂ ਨੂੰ ਤੁਰੰਤ ਫੁਰੰਤ ਇਹ ਸਾਰੇ ਢੰਗ, ਸਾਰੇ ਤੌਰ ਤਰੀਕੇ ਵਰਤ ਕੇ ਜਿਵੇਂ ਵੀ ਹੁੰਦਾ, ਕਿਵੇਂ ਵੀ ਹੁੰਦਾ, ਇਹ ਠੀਕ ਕਰਨਾ ਚਾਹੀਦਾ ਹੈ ਜੀ। ਮਿੰਟੂ ਜੀ ਇਹ ਦੱਸਿਓ, ਇਹ ਬੜੀ ਡਿਸਟਰਬਿੰਗ ਖਬਰ ਹੈ ਜੀ ਕਿ ਹੁਣ ਇਹਦੀਆਂ ਅੱਗੇ ਤਾਰਾਂ ਫਿਰ ਫਰਦਰ ਕੈਨੇਡਾ ਦੇ ਨਾਲ ਵੀ ਜੁੜਦੀਆਂ ਨੇ ਕਿ ਪੱਕੇ ਕੈਨੇਡਾ ਵਾਲੇ ਦੇ ਵਿਆਹ ਦੇ ਨਾਂ ਤੇ ਕੁੜੀਆਂ ਦੀ ਨੁਮਾਇਸ਼ ਦਾ ਮਾਮਲਾ ਬੜਾ ਭਖਿਆ ਹੋਇਆ ਹੈ, ਸਾਹਮਣੇ ਆਇਆ। ਕੀ ਵੇਰਵਾ ਜੀ ਇਸ ਗੱਲ ਦਾ? ਦੇਖੋ, ਇਹ ਸੋਸ਼ਲ ਮੀਡੀਆ ਤੇ ਤੁਸੀਂ ਕਿਤੇ ਨਾ ਕਿਤੇ ਦੇਖਿਆ ਹੋਣਾ, ਇੱਕ ਪੋਸਟਰ ਜਿਹੜਾ ਉਹ ਵਾਇਰਲ ਹੋ ਰਿਹਾ, ਸੁੰਦਰ ਲੜਕੀਆਂ ਦਾ ਮੁਕਾਬਲਾ, ਸਵੀਟ ਮਿਲਨ ਹੋਟਲ ਬਠਿੰਡਾ ਵਿਖੇ, ਮਿਤੀ 23/10/2022, ਸਮਾਂ 12 ਤੋਂ 2। ਜਰਨਲ ਕਾਸਟ ਸੁੰਦਰ ਲੜਕੀਆਂ ਦਾ ਮੁਕਾਬਲਾ ਰੱਖਿਆ ਗਿਆ। ਮੁਕਾਬਲਾ ਜਿੱਤਣ ਵਾਲੀ ਜਰਨਲ ਕਾਸਟ ਸੁੰਦਰ ਲੜਕੀ ਨੂੰ ਕੈਨੇਡਾ NRI ਜਰਨਲ ਕਾਸਟ ਪੱਕੇ ਲੜਕੇ ਦੇ ਨਾਲ ਪੱਕੇ ਵਿਆਹ ਦੀ ਆਫਰ ਦਿੱਤੀ ਜਾਏਗੀ। ਤਾਂ ਇਸ ਵਾਇਰਲ ਫੋਟੋ ਨੇ, ਇਸ ਵਾਇਰਲ ਇਸ਼ਤਿਹਾਰ ਨੇ ਹਿਲਾ ਕੇ ਰੱਖ ਦਿੱਤਾ ਕਿ ਆ ਚੱਲ ਕੀ ਰਿਹਾ ਹੈ। ਇੱਕ ਤਾਂ ਸਿੱਧਾ ਹੀ ਤੁਸੀਂ ਕਹਿ ਲਓ ਕਿ ਸਿੱਧਾ ਹੀ ਇੱਕ ਸੱਦਾ ਇਨਵੀਟੇਸ਼ਨ ਕਿ ਆਪਣੀਆਂ ਕੁੜੀਆਂ ਜਿਹੜੀਆਂ ਸਜਾ ਕੇ ਭਜਾ ਕੇ ਭੇਜੋ। ਦੂਜਾ ਕਿ ਤੁਸੀਂ ਇਹ ਵੀ ਵੇਖੋ, ਇਹ ਸਵੰਬਰ ਵੱਖਰਾ ਹੀ ਇਹਨਾਂ ਨੇ ਰਚ ਦਿੱਤਾ। ਤੇ ਦੂਜੀ ਗੱਲ ਇਹ ਆ ਕਿ ਨਾਲ ਜਨਰਲ ਕਾਸਟ, ਤਾਂ ਤੁਸੀਂ ਜਾਤੀਵਾਦ ਵੀ ਉੱਤੇ ਸ਼ਰੇਆਮ ਲਿਖ ਰਹੇ ਹੋ, ਜਿਹੜਾ ਕਿ ਬਹੁਤ ਹੀ ਮੰਦਭਾਗਾ ਹੈ। ਤਾਂ ਉਹਦੇ ਥੱਲੇ ਕੁਝ ਨੰਬਰ ਸੀਗੇ, ਇੱਕ ਤਾਂ ਸ਼ਾਇਦ ਬਾਹਰਲਾ ਨੰਬਰ ਸੀਗਾ, 2 ਨੰਬਰਾਂ ਤੇ ਅਸੀਂ ਵੀ ਟਰਾਈ ਕੀਤੀ ਆ। ਉਦੋਂ ਤੱਕ ਸ਼ਾਮ ਤੱਕ ਤਾਂ ਉਹ ਜਿਹੜੇ ਬੰਦੇ ਸੀ ਉਹ ਹੱਥ ਖੜੇ ਕਰ ਗਏ, ਕਹਿੰਦੇ ਜੀ ਸਾਥੋਂ ਗਲਤੀ ਹੋ ਗਈ, ਬਸ ਇੰਨਾ ਕਹਿ ਕੇ ਫੋਨ ਕੱਟ ਗਏ। ਹਾਲਾਂਕਿ ਮੇਰੇ ਇੱਕ ਹੋਰ ਮਿੱਤਰ ਸੀਗੇ ਰਿਪੋਰਟਰ, ਉਹਨਾਂ ਦੇ ਗਾਂ ਕਿਸੇ ਸਾਥੀ ਨੇ ਫੋਨ ਕੀਤਾ ਤਾਂ ਉਹਨਾਂ ਨੇ WhatsApp ਕਾਲ ਜ਼ਰੂਰ ਚੱਕੀ। ਉਹ ਕਹਿੰਦੇ ਜੀ ਕਿ ਅਸੀਂ ਆਪਣੀ ਗਲਤੀ ਮੰਨਦੇ ਹਾਂ, ਸਾਥੋਂ ਗਲਤੀ ਹੋ ਗਈ ਆ, ਗਲਤੀ ਹੀ ਮੰਨ ਰਹੇ ਆ। ਹਾਲਾਂਕਿ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਫਿਰੋਜ਼ਪੁਰ ਦੇ ਲਿੰਕ ਵਾਲੇ ਬੰਦੇ ਆ, ਹੋ ਸਕਦਾ ਕੋਈ ਬਠਿੰਡੇ ਤੋਂ ਵੀ ਹੋਵੇ। ਹੁਣ ਹੋਟਲ ਵਾਲਾ ਵੀ ਮੁੱਕਰ ਗਿਆ, ਕਹਿੰਦਾ ਜੀ ਹੋਟਲ ਦੀ ਬੁਕਿੰਗ ਨਹੀਂ ਸੀ ਹੋਈ। ਹਾਲਾਂਕਿ ਉਹ ਹੁਣ ਜੋ ਮਰਜ਼ੀ ਕਹੀ ਜਾਵੇ, ਲੱਗਦਾ ਹੈ ਕਿ ਹੋਟਲ ਦੀ ਬੁਕਿੰਗ ਹੋਈ ਸੀ, ਐਵੇਂ ਕਿਵੇਂ ਨਾਂ ਲਿਖਿਆ ਜਾ ਸਕਦਾ ਹੈ।
ਔਰ ਦੂਜੀ ਗੱਲ ਹੈ, ਨਿਗਮ ਵਾਲੇ ਕਹਿੰਦੇ ਕਿ ਸਾਥੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ ਇਵੈਂਟ ਵਾਸਤੇ। ਹੁਣ ਮਨਜ਼ੂਰੀ ਲੈਣਾ ਜ਼ਰੂਰੀ ਸੀ ਜਾਂ ਨਹੀਂ, ਉਹ ਵੀ ਇੱਕ ਵੱਖਰਾ ਵਿਸ਼ਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਐਸਐਸਪੀ ਨੇ ਵੀ ਕਹਿ ਦਿੱਤਾ ਹੈ ਕਿ ਸਾਡੇ ਕੋਲ ਸ਼ਿਕਾਇਤ ਹਾਲੇ ਤੱਕ ਲਿਖਤੀ ਕੋਈ ਨਹੀਂ ਪਹੁੰਚੀ, ਪਰ ਇਹ ਸੂਚਨਾ ਪਹੁੰਚ ਗਈ ਹੈ, ਅਸੀਂ ਪੜਤਾਲ ਕਰ ਰਹੇ ਹਾਂ, ਤਾਂ ਅਸੀਂ ਜਿਹਦੇ ਵੀ ਬੰਦੇ ਦੇ ਇਹ ਸਾਰਾ ਕੁਝ ਮਤਲਬ ਕਿ ਜਿੰਮੇ ਲੱਗਾ, ਅਸੀਂ ਉਹਦੇ ਤੇ ਕੇਸ ਕਰਾਂਗੇ, ਮੁਕੱਦਮਾ ਕਰਾਂਗੇ। ਪਰ ਇਹ ਗੱਲ ਤਾਂ ਵੇਖਣ ਵਾਲੀ ਹੈ ਨਾ ਕਿ ਸਾਡੇ ਸਮਾਜ ਦਾ ਜਿਹੜਾ ਤਾਣਾ ਬਾਣਾ ਵਿਜੇ ਜੀ ਇੰਨਾ ਉਲਝ ਗਿਆ ਵਾ, ਜਾਂ ਕਹਿ ਲਓ ਕੁਝ ਸਾਡੀਆਂ ਲਾਲਸਾਵਾਂ ਵੱਧ ਗਈਆਂ ਕਿ ਪੂਰੀ ਨੁਮਾਇਸ਼ ਲਾ ਕੇ ਸਾਡੀਆਂ ਲੜਕੀਆਂ ਦੀ ਉਹ ਫਾਇਦਾ ਚੱਕਣਾ ਚਾਹੁੰਦੇ ਨੇ। ਹੁਣ ਐਨਆਰਆਈ ਉਹ ਕੌਣ ਹੈ ਕੈਨੇਡਾ ਦਾ, ਕਿ ਉਹਦੇ ਨਾਲ ਵਾਲੇ ਕੌਣ ਹੋਣਗੇ, ਉੱਥੇ ਇੱਕ ਤਰ੍ਹਾਂ ਨਾਲ ਇੱਕ ਮੁਕਾਬਲਾ ਕਰਾ ਕੇ, ਸੁੰਦਰਤਾ ਦੀ ਨੁਮਾਇਸ਼ ਕਰਾ ਕੇ, ਇੱਕ ਨੂੰ ਮਤਲਬ ਕਿ ਕੋਈ ਆਫਰ ਦੇ ਕੇ, ਤੇ ਦੂਜੀਆਂ ਦਾ ਉੱਥੇ ਕੀ ਹੈ। ਇਹ ਬੜਾ ਭਿਆਨਕ ਸਵਾਲ ਹੈ ਸਾਡੇ ਸਾਹਮਣੇ ਕਿ ਸਾਡੀਆਂ ਮਜਬੂਰੀਆਂ ਦਾ, ਲਾਲਸਾਵਾਂ ਦਾ, ਜਾਂ ਕਹਿ ਲਓ ਕਿ ਕੁਝ ਸਾਡੀਆਂ ਆਕਾਂਖਸ਼ਾਵਾਂ ਦਾ ਜਿਹੜਾ ਕੁਝ ਲੋਕ ਕਿਸ ਹੱਦ ਤੱਕ ਜਾ ਕੇ ਫਾਇਦਾ ਚੁੱਕਣ ਨੂੰ ਫਿਰਦੇ ਆ। ਇਸ ਕਰਕੇ ਇਹ ਮਾਮਲਾ ਅੱਜ ਦੀ ਤਾਰੀਖ ਦੇ ਵਿੱਚ ਵੇਖੀਏ ਤਾਂ ਬਹੁਤ ਜ਼ਿਆਦਾ ਭਖਵਾ ਹੈ। ਜੀ, ਅੱਛਾ, ਕਿ ਦੱਸੋ ਸੁਖਬੀਰ ਬਾਦਲ ਤੋਂ ਸਿੱਟ ਵੱਲੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ ਹੈ ਜੀ। ਦੇਖੋ, ਕੱਲ ਵੱਡੇ ਬਾਦਲ ਦੀ ਵਾਰੀ ਸੀ, ਅੱਜ ਛੋਟੇ ਬਾਦਲ ਦੀ ਵਾਰੀ ਆ, ਤਾਂ ਇਹਨਾਂ ਤੋਂ ਪੁੱਛਗਿੱਛ ਹੋ ਗਈ ਆ। ਪੁੱਛਗਿੱਛ ਤੋਂ ਬਾਅਦ ਦੇਖੋ ਗੱਲ ਕੀ ਹੈ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਖਾਰਜ ਕੀਤੀ ਗਈ ਸੀ, ਤੁਹਾਨੂੰ ਯਾਦ ਹੋਏਗਾ, ਤਾਂ ਉਸ ਵੇਲੇ ਕੀ ਹੈ ਕਿ ਹਾਈ ਕੋਰਟ ਨੇ ਜਦੋਂ ਜੱਜਮੈਂਟ ਦਿੱਤੀ ਸੀ ਤਾਂ ਉਹਦੇ ਵਿੱਚ ਕੁਝ ਚੀਜ਼ਾਂ ਸਾਫ਼ ਕਰ ਦਿੱਤੀਆਂ ਸਨ। ਤੋਂ ਲਿਹਾਜ਼ਾ ਅੱਗੇ ਤਾਂ ਕੀ ਹੁੰਦਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪ੍ਰੈਸ ਨੂੰ ਬਰੀਫ ਕਰ ਦਿੰਦੇ ਸਨ, ਥੋੜਾ ਬਹੁਤਾ ਦੱਸ ਦਿੰਦੇ ਸਨ ਜਦੋਂ ਵੀ ਇਹੋ ਜਿਹਾ ਮੌਕਾ ਹੁੰਦਾ ਸੀ। ਹੁਣ ਕੋਈ ਜਾਣਕਾਰੀ ਨਹੀਂ ਹੁੰਦੀ ਆਪਣੇ ਕੋਲ, ਸਿਰਫ ਇੱਕ ਨਿਊਜ਼ ਹੁੰਦੀ ਹੈ। ਜੇ ਤਾਂ ਹੁਣ ਬਾਹਰ ਨਿਕਲ ਕੇ ਨੇਤਾ ਗੱਲ ਕਰਦਾ ਹੈ ਪ੍ਰੈਸ ਦੇ ਨਾਲ ਕਿ ਹਾਂਜੀ ਪੁੱਛਗਿੱਛ ਹੋਈ ਹੈ, ਤਾਂ ਫਿਰ ਤਦ ਠੀਕ ਹੈ। ਜੇ ਉਹ ਚੁੱਪ ਕਰਕੇ ਗੱਡੀ 'ਚ ਬੈਠ ਗਿਆ ਤਾਂ ਕੁਛ ਨਹੀਂ, ਉਹ ਸਿਰਫ ਖਬਰ ਹੋਣੀ ਹੈ। ਤਾਂ ਇਹ ਪੁੱਛਗਿੱਛ ਜਿਹੜੀ ਹੈ ਕਈ ਘੰਟੇ ਅੱਜ ਫਿਰ ਚੱਲੀ ਆ। ਪਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਗੱਲ ਕਹੀ, ਉਹਨਾਂ ਨੇ ਕਿਹਾ ਕਿ ਦੇਖੋ, ਮੈਂ ਪਹਿਲਾਂ ਵੀ ਸਹਿਯੋਗ ਦਿੱਤਾ ਸੀਗਾ, ਅੱਗੇ ਵੀ ਸਹਿਯੋਗ ਦਿੰਦਾ ਰਵਾਂਗਾ, ਬਸ ਇਨਸਾਫ ਹੋਣਾ ਚਾਹੀਦਾ, ਨਿਆਂ ਹੋਣਾ ਚਾਹੀਦਾ ਆ। ਤਾਂ ਗੱਲ ਪਹੁੰਚ ਕੇ ਉੱਥੇ ਹੀ ਖਲੋਤੀ ਹੈ। ਦੇਖੋ, ਇਹ ਕਹਿੰਦੇ ਨੇ ਕਿ ਨਿਆਂ ਹੋਣਾ ਚਾਹੀਦਾ ਜੀ, ਲੋਕ ਵੀ ਕਹਿੰਦੇ ਆ ਕਿ ਸਿੱਖ ਕੌਮ ਨੂੰ ਨਿਆਂ ਮਿਲਣਾ ਚਾਹੀਦਾ, ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ। ਜਿਹੜਾ ਉਸ ਵੇਲੇ ਦਾ ਤਤਕਾਲੀ ਉੱਥੇ ਮੈਜਿਸਟ੍ਰੇਟੀ ਤਾਕਤਾਂ ਰੱਖਣ ਵਾਲਾ ਅਫਸਰ ਆ, ਉਹ ਕਹਿੰਦਾ ਜੀ ਕਿ ਮੈਂ ਆਰਡਰ ਦਿੱਤੇ ਨੇ, ਆਰਡਰ ਪਰ ਮੈਂ ਗੋਲੀ ਚਲਾਉਣ ਦੇ ਨਹੀਂ ਦਿੱਤੇ। ਮੈਂ ਆਰਡਰ ਦਿੱਤੇ ਸੀਗੇ ਮਤਲਬ ਕਿ ਪਹਿਲਾਂ ਪਾਣੀ ਦੀ ਵਾਛੜ ਕਰੋ, ਜਾਂ ਪਹਿਲਾਂ ਵਾਰਨ ਕਰੋ, ਜਾਂ ਫਿਰ ਜਾ ਕੇ ਅਖੀਰ ਦੇ ਵਿੱਚ ਹਵਾਈ ਫਾਇਰ ਕਰੋ। ਸਿੱਧੀ ਗੋਲੀ ਮਾਰਨ ਦਾ ਤਾਂ ਮੈਂ ਆਰਡਰ ਪਾਸ ਨਹੀਂ ਕੀਤਾ ਜੀ। ਯਾਨੀ ਹੁਣ ਗਰਾਰੀ ਇੱਥੇ ਆ ਕੇ ਫਸਦੀ ਆ ਕਿ ਸਾਰੇ ਹੀ ਕਹਿੰਦੇ ਆ, ਬਾਦਲ ਸਾਹਿਬ ਕਹਿੰਦੇ ਕਿ ਮੈਂ ਨਹੀਂ ਆਰਡਰ ਦਿੱਤੇ। ਕਾਕਾ ਜੀ, ਮੇਰੇ ਤੇ ਇੰਨਾ ਗੱਲ ਸੁੱਟੋ। ਸੁਖਬੀਰ ਸਿੰਘ ਬਾਦਲ ਕਹਿੰਦੇ ਹਾਂ ਕਮਾਲ ਹੋ ਗਈ ਯਾਰ, ਮੈਂ ਕੰਮ ਥੋੜੀ ਕਰ ਸਕਦਾ, ਅਸੀਂ ਇਹ ਕੰਮ ਥੋੜੀ ਕਰਾਂਗੇ। ਤਾਂ ਜਿਹੜਾ ਐਸਡੀਐਮ ਉਹ ਵੀ ਕਹਿ ਰਿਹਾ ਕਿ ਨਹੀਂ, ਮੈਂ ਜ਼ਿੰਮੇਵਾਰ ਅਫਸਰ ਹਾਂ, ਮੈਂ ਏਦਾਂ ਕਰ ਹੀ ਨਹੀਂ ਸਕਦਾ। ਹੁਣ ਮਤਲਬ ਕਿ ਉੱਥੇ ਜਿਹੜੀ ਗੋਲੀ ਲੱਗੀ ਆ ਜੀ ਕੋਟਕਪੂਰੇ ਦੇ ਵਿੱਚ ਭੁਪਿੰਦਰ ਸਿੰਘ ਨਾਮ ਦੇ ਵਿਅਕਤੀ ਦੀ, ਉਹ ਫਿਰ ਕਿਹਨੇ ਚਲਾਈ ਆ ਤੇ ਉਹ ਨੌਬਤ ਕਾਤੋਂ ਆਈ ਆ? ਤਾਂ ਜਿਹੜਾ ਉਹ ਆਰਡਰ ਸੀਗਾ, ਉਸ ਆਰਡਰ ਨੂੰ ਉਸ ਢੰਗ ਨਾਲ ਫੋਲੋ ਕਰਨ ਦੀ ਬਜਾਏ, ਜਾਂ ਕਹਿ ਲਓ ਕਿ ਲਾਗੂ ਕਰਨ ਦੀ ਬਜਾਏ, ਉਹ ਆਪਣੇ ਪੱਧਰ ਤੇ ਇੱਥੋਂ ਤੱਕ ਜਾ ਕੇ ਕਿਹੜਾ ਅਫਸਰ ਸੀ ਜਿਹਨੇ ਇਹ ਸਾਰਾ ਕਾਂਡ ਕੀਤਾ? ਤਾਂ ਇਹ ਸਵਾਲ ਤਾਂ ਫਿਰ ਦੇਖੋ ਉਸ ਟਾਈਮ ਦੇ ਬਾਦਲ ਪ੍ਰਸ਼ਾਸਨ ਦੇ ਸਾਹਮਣੇ ਵੀ ਰਹੇਗਾ ਕਿ ਤੁਸੀਂ ਖੋਜ ਕਰ ਲੈਂਦੇ ਤੇ ਆ ਦਿਨ ਨਾ ਵੇਖਣੇ ਪੈਂਦੇ। ਤੇ ਇੱਥੇ ਹੁਣ ਇਸ ਸਰਕਾਰ ਦੇ ਸਾਹਮਣੇ ਇਹੋ ਹੀ ਹੈ ਕਿ ਬਈ ਅਸਲ ਦੇ ਵਿੱਚ ਕੀ ਉਹ ਆਰਡਰ ਬਾਈਪਾਸ ਕਰਕੇ ਕੋਈ ਆਪਣੇ ਪੱਧਰ ਤੇ ਸਾਰਾ ਕੁਝ ਕਰ ਗਿਆ, ਜਾਂ ਵਾਕਿਆ ਕੋਈ ਲਿੰਕ ਪਿਛਲਾ ਸੀ? ਇਹੀ ਸਾਬਤ ਕਰਨ ਦੀ ਇਸ ਵੇਲੇ ਲੜਾਈ ਆ ਜੀ। ਮਿੰਟੂ ਜੀ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚੋਂ ਜਿਹੜਾ ਵੀਡੀਓ ਲੀਕ ਵਾਲਾ ਮਾਮਲਾ ਸਾਹਮਣੇ ਆਇਆ ਸੀ ਬੀਤੇ ਦਿਨੀ, ਉਹਦੇ ਵਿੱਚ ਜਿਹੜਾ ਫੌਜੀ ਸੀਗਾ ਇੱਕ ਵਿਅਕਤੀ, ਉਸ ਨੂੰ ਜ਼ਮਾਨਤ ਦੇਣ ਤੋਂ ਕੋਰਟ ਨੇ ਇਨਕਾਰ ਕਰ ਦਿੱਤਾ ਜੀ, ਕੀ ਵੇਰਵਾ? ਦੇਖੋ, ਵੱਡੀ ਅਪਡੇਟ ਉਸ ਮਾਮਲੇ 'ਚ ਇਹ ਹੈ ਕਿ 2 ਜਣਿਆਂ ਦੀ ਜ਼ਮਾਨਤ ਹੋ ਗਈ ਹੈ। ਇੱਕ ਰੰਕਜ, ਇੱਕ ਜਿਹੜਾ ਉਹ ਸਨੀ, ਜਿਨ੍ਹਾਂ ਨੂੰ ਫੜ ਕੇ ਲਿਆਏ ਸੀਗੇ ਇਹ ਹਿਮਾਚਲ ਤੋਂ। ਤਾਂ ਉਹ ਦੋਨੇ ਤਾਂ ਪਹਿਲੀ ਸੱਟੇ ਕਹਿ ਲਓ ਕਿ ਉਹ ਤਾਂ ਇਸ ਕੇਸ ਦੇ ਵਿੱਚੋਂ ਗਏ ਸਮਝੋ, ਕਿਉਂਕਿ ਇੱਕ ਦਾ ਤਾਂ ਕੋਈ ਮਾਮਲਾ ਹੀ ਹੈ ਨਹੀਂ ਸੀ, ਕੋਈ ਉਹਦੀ ਜਾਣ ਪਛਾਣ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਉਹਦੀ ਫੋਟੋ ਇਸਤੇਮਾਲ ਹੋਈ ਸੀ ਤੇ ਸਗੋਂ ਫਸ ਗਿਆ। ਦੂਜਾ ਜਿਹੜਾ ਸਨੀ ਸੀਗਾ, ਉਹ ਕਹਿੰਦਾ ਕਿ 1.5 ਸਾਲ ਤੋਂ ਮੈਂ ਇਸ ਕੁੜੀ ਦਾ ਨੰਬਰ ਬਲੌਕ ਕਰ ਰੱਖਿਆ ਸੀਗਾ। ਬਲੌਕ ਲਿਸਟ ਜਿਹੜੀ ਹੁੰਦੀ ਹੈ ਤੁਹਾਨੂੰ ਪਤਾ, ਉਹ ਤਾਂ ਉਸੇ ਤਰ੍ਹਾਂ ਹੀ ਰਹਿੰਦੀ ਹੈ। ਉਹ ਕਹਿੰਦਾ ਕਿ 1.5 ਸਾਲ ਤੋਂ ਮੈਂ ਤੇ ਇਹਦੇ ਸੰਪਰਕ ਦੇ ਵਿੱਚ ਹੀ ਨਹੀਂ ਸੀ। ਤਾਂ ਲੈ ਦੇ ਕੇ ਹੁਣ ਇਸ ਕੇਸ ਦੇ ਵਿੱਚ 2 ਜਣੇ ਹੀ ਰਹਿ ਗਏ ਆ। ਤਾਂ ਜ਼ਮਾਨਤ 4 ਦੀ ਲੱਗੀ ਹੋਈ ਸੀ, 2 ਚਲੇ ਗਏ ਆਪਣੇ ਘਰੇ, ਤਾਂ 2 ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਤਾਂ ਕੋਰਟ ਨੇ ਫੌਜੀ ਦੇ ਮਾਮਲੇ ਦੇ ਵਿੱਚ ਤਾਂ ਖਾਸ ਤੌਰ ਤੇ ਟਿੱਪਣੀ ਕੀਤੀ ਹੈ ਕਿ ਬਈ ਤੂੰ ਫੌਜੀ ਹੋ ਕੇ ਇਹ ਕੰਮ ਕਰਦਾ ਰਿਹਾ ਹੈ, ਤਾਂ ਤੇਰੇ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਮਤਲਬ ਕਿ ਤੈਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ। ਤਾਂ ਦੂਸਰੇ ਪਾਸੇ ਕੁੜੀ ਨੂੰ ਵੀ ਇਹੋ ਕਿਹਾ ਗਿਆ ਕਿ ਜਿਹੜੀ ਤੇਰੀ ਹਰਕਤ ਆ, ਜੋ ਤੂੰ ਕੰਮ ਕੀਤਾ, ਉਹ ਹੋਰ ਦੂਜੀਆਂ ਔਰਤਾਂ ਨੂੰ ਵੀ ਪ੍ਰਭਾਵਿਤ ਕਰਨ ਵਾਲਾ ਹੈ, ਮਤਲਬ ਕਿ ਉਹਨਾਂ ਤੇ ਵੀ ਅਸਰ ਪਾਉਣ ਵਾਲਾ ਹੈ। ਸੋ ਇਸ ਕਰਕੇ ਕੋਰਟ ਤੈਨੂੰ ਵੀ ਜ਼ਮਾਨਤ ਨਹੀਂ ਦੇਗਾ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ 4C4 ਦੇ ਵਿੱਚ ਵੈਸੇ ਪੰਜਾਬ ਪੁਲਿਸ ਦੀ FIR ਜਾਂ ਉਹਨਾਂ ਦੀ ਕਾਰਕਰਦਗੀ ਉਸ ਵੇਲੇ ਦੀ ਉਹ ਪਹਿਲਾਂ ਹੀ ਝੋਲ ਮੋਲ ਵਾਲੀ ਸੀਗੀ ਜੀ। ਤਾਂ ਹੁਣ ਇਹ ਸਾਫ਼ ਆ ਕਿ ਇਸ ਕੇਸ ਦੇ ਵਿੱਚ ਜਿੰਨੇ ਨਾਮਜ਼ਦ ਕੀਤੇ ਗਏ ਸੀ ਤਾਂ ਸਮਝ ਲਓ ਕਿ 2 ਤਾਂ ਨਿਕਲ ਗਏ ਪਹਿਲੀ ਸੱਟੇ, ਤਾਂ ਹੁਣ 2 ਰਹਿ ਗਏ ਨੇ। ਤਾਂ ਉਹਦੇ ਵਿੱਚ ਹੁਣ ਕੀ ਨਿਕਲਦਾ ਕੀ ਨਹੀਂ, ਹਾਲਾਂਕਿ ਉਹ ਫੌਜੀ ਕਹਿੰਦਾ ਕਿ ਜੀ ਮੈਂ ਤੇ ਇਹ ਨੰਬਰ ਨਹੀਂ ਸੀ ਇਸਤੇਮਾਲ ਕਰਦਾ ਫਲਾ, ਜਦ ਕਿ ਉਹ ਕਹਿੰਦੇ ਕਿ ਸਬੂਤ ਹੈ ਕਿ ਇਹਦੇ ਅਸਲੀ ਨੰਬਰਾਂ ਤੋਂ ਰੀਚਾਰਜ ਹੋਇਆ ਉਹਨਾਂ ਨੰਬਰਾਂ ਤੇ ਜਿੱਥੇ ਇਹ ਸਾਰਾ ਕੁਝ ਚੱਲਦਾ ਸੀਗਾ। ਹਾਲਾਂਕਿ 2 ਫੋਟੋਆਂ ਦੀ ਵੀ ਗੱਲ ਆ ਰਹੀ ਹੈ ਕਿ ਇਹਨੇ ਗਾਂ ਸੈਂਡ ਕੀਤੀਆਂ ਸੀ। ਵੀਡੀਓ ਬਾਰੇ ਹਾਲੇ ਵੀ ਕੁਝ ਸਪਸ਼ਟ ਨਹੀਂ ਹੈ ਕਿ ਕਿੰਨੀਆਂ ਵੀਡੀਓ ਬਣੀਆਂ ਜਾਂ ਜਾਂ ਨਹੀਂ ਬਣੀਆਂ, ਉਹ ਸਾਰਾ ਹਾਲੇ ਮੇਰੇ ਖਿਆਲ ਦੇ ਨਾਲ ਜਦੋਂ ਆਏਗਾ ਚਲਾਨ ਦੇ ਵਿੱਚ ਪਤਾ ਲੱਗੇਗਾ। ਤਾਂ ਬਹਰਹਾਲ ਇੰਨੀ ਗੱਲ ਤਾਂ ਸਾਫ਼ ਹੈ ਕਿ ਕਾਹਲੀ 'ਚ ਇਹਨਾਂ ਨੇ ਬੰਦੇ ਬੜੇ ਨਾਮਜ਼ਦ ਕਰ ਲਏ, ਪਰ ਹੋਇਆ ਕੀ ਕਿ ਕੋਰਟ ਦੇ ਵਿੱਚ ਉਹ ਕਹਾਣੀ ਬਹੁਤੀ ਦੇਰ ਟਿਕੀ ਨਹੀਂ। ਲੈ ਦੇ ਕੇ ਉਹ 2 ਹੀ ਬਚੇ ਆ, ਇੱਕ ਉਹ ਕੁੜੀ ਤੇ ਇੱਕ ਫੌਜੀ, ਬਾਕੀ ਦੋਨੇ ਇਸ ਕੇਸ ਦੇ ਵਿੱਚੋਂ ਇੱਕ ਰਹੀ ਕਹਿ ਲਓ ਕਿ ਵਕਤੀ ਤੌਰ ਤੇ ਬਹੁਤ ਵੱਡੀ ਰਾਹਤ ਹਾਸਲ ਕਰ ਗਏ ਨੇ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਜੀ ਬਿਲਕੁਲ, ਦੇਖੋ ਖੁਸ਼ਨੁਮਾ ਖਬਰ ਜਿਹੜੀ ਹੈ ਉਹ ਇੱਕ ਐਸੇ ਵਿਸ਼ੇ ਤੇ ਆ ਜਿਸ ਵਿਸ਼ੇ ਨੂੰ ਆਪਾਂ ਸਾਰੇ ਦੇਖਦੇ ਵੀ ਆ, ਛੋਹਣੇ ਵੀ ਆ ਤੇ ਉਹਦੀ ਭੀੜ ਵੀ ਮਹਿਸੂਸ ਕਰਦੇ ਆ, ਉਹ ਹੈ ਡਰੱਗ ਦਾ। ਤਾਂ ਇੱਕ ਪਿੰਡ ਆ ਬਹਿਮਣ ਕੌਰ ਸਿੰਘ ਵਾਲਾ, ਇੱਧਰ ਬਠਿੰਡੇ ਦੇ ਵਿੱਚ ਖਾਸੇ ਪਿੰਡ ਇਦਾਂ ਦੇ ਮਿਲ ਜਾਣਗੇ, ਬਹਿਮਣ ਦੀਵਾਨਾ ਵੀ ਆ। ਤਾਂ ਬਹਿਮਣ ਕੌਰ ਸਿੰਘ ਵਾਲਾ, ਉੱਥੇ ਪਿੰਡ ਨੇ ਆਪਣਾ ਉਦਮ ਕਰਕੇ, ਮਤਲਬ ਜਿੱਦਾਂ ਆਪਣੀ ਇੱਕ ਟਾਸਕ ਫੋਰਸ ਕਹਿ ਲਓ ਕਿ ਇਸ ਤਰ੍ਹਾਂ ਆਪਣਾ ਉਦਮ ਉਹਨਾਂ ਨੇ ਹਿੰਮਤ ਕਰਕੇ ਐਸਾ ਸਿਖਰ ਤੇ ਖੜਿਆ ਕਿ ਹਾਲ ਦੀ ਘੜੀ ਉਸ ਪਿੰਡ ਦੇ ਵਿੱਚ ਚਿੱਟਾ ਡਿੱਗਣ ਤੋਂ ਉਹਨਾਂ ਨੇ ਮੁਕਤੀ ਪਾ ਲਈ। ਹਾਲ ਦੀ ਘੜੀ ਕਹਿ ਰਹੇ ਆ, ਗਾਂ ਕੀ ਹੋਏਗਾ ਕੱਲ ਨਾ ਕਹਿੰਦੇ ਕਿ ਕੱਲ ਦਾ ਹੁੰਦਾ ਹੈ, ਤਾਂ ਕੱਲ ਕੀ ਬਣੇਗਾ ਪਤਾ ਨਹੀਂ ਹੈ। ਪਰ ਇੱਕ ਵਾਰੀ ਇਸ ਪਿੰਡ ਨੇ ਮਿਸਾਲ ਜ਼ਰੂਰ ਸੈੱਟ ਕੀਤੀ ਹੈ, ਪਰ ਨਾਲ ਸਾਡੇ ਪ੍ਰਬੰਧ ਦੀ, ਸਾਡੇ ਨਿਜ਼ਾਮ ਦੀ ਵੀ ਪੋਲ ਖੋਲੀ ਹੈ ਕਿ ਇਹਨਾਂ ਤੋਂ ਹੁਣ ਸ਼ਾਇਦ ਲੋਕ ਬੇਉਮੀਦੇ ਹੋ ਗਏ ਨੇ, ਬੇਆਸੇ ਹੋ ਗਏ ਨੇ ਕਿ ਇਹ ਠੀਕ ਨਹੀਂ ਕਰ ਸਕਦੇ ਯਾਰ, ਹੁਣ ਆਪ ਹੀ ਡੰਡਾ ਚੱਕ ਲਓ, ਆਪ ਹੀ ਸਲੋਤਰ ਚੱਕ ਲਓ, ਜੇ ਕੰਮ ਮਸੂਤ ਆ ਗਿਆ ਠੀਕ ਹੈ, ਨਹੀਂ ਤਾਂ ਮਾਰੇ ਜਾਵਾਂਗੇ। ਤਾਂ ਇਹ ਚੀਜ਼ ਜਿਹੜੀ ਹੈ ਇਸ ਮਾਮਲੇ 'ਚ ਖੁਸ਼ਗਵਾਰ ਹੈ ਕਿ ਲੋਕ ਹਿੰਮਤ ਕਰ ਰਹੇ ਆ। ਪਰ ਵਿਜੇ ਜੀ ਦੂਸਰੇ ਪੱਖ ਤੋਂ, ਲਾਅ ਐਂਡ ਆਰਡਰ ਦੇ ਪੱਖ ਤੋਂ ਇਹ ਸੋਚਣ ਵਿਚਾਰਨ ਦਾ ਵਿਸ਼ਾ ਹੈ, ਕਿਉਂਕਿ ਕਈ ਵਾਰ ਗੋਲੀ ਚੱਲ ਜਾਂਦੀ ਹੁੰਦੀ ਹੈ, ਕਈ ਵਾਰ ਲੜਾਈਆਂ ਹੋ ਜਾਂਦੀਆਂ ਹੁੰਦੀਆਂ, ਜਾਂ ਕਈ ਵਾਰ ਲੋਕਾਂ ਦਾ ਫਿਰ ਪੂਰਨ ਤੌਰ ਤੇ ਪ੍ਰਸ਼ਾਸਨ ਤੋਂ ਜਾਂ ਕਾਨੂੰਨ ਤੋਂ ਯਕੀਨ ਹੀ ਉੱਠ ਜਾਂਦਾ, ਜੋ ਕਿ ਅਰਾਜਕਤਾ ਦੇ ਰਸਤੇ ਖੋਲ ਦਿੰਦਾ ਹੈ। ਜੀ।